ਜੈਤੋਂ ਦੇ ਸ਼ਹੀਦ। ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਲਹਿਰ ਸਮੇਂ ਕਈ ਮੋਰਚੇ ਲੱਗੇ, ਜਿਨ੍ਹਾਂ ਵਿੱਚ ਸਿੱਖ ਕੌਮ ਨੇ ਗੁਰਦੁਆਰਿਆਂ ਦੀ ਪਵਿੱਤਰਤਾ, ਸਿੱਖੀ ਮਰਿਆਦਾ ਤੇ ਅਣਖ ਦੀ ਖਾਤਰ ਅਨੇਕਾਂ ਜਵਾਨੀਆਂ ਵਾਰੀਆਂ ਤੇ ਸ਼ਹੀਦਾਂ ਦੀ ਸੂਚੀ ਵਿੱਚ ਬਹੁਤ ਵੱਡਾ ਵਾਧਾ ਕੀਤਾ। ਅਕਾਲੀ ਲਹਿਰ ਸਮੇਂ ਹੀ ਜੈਤੋਂ ਵਿਖੇ ਗੁਰਦੁਆਰਾ ਗੰਗਸਰ ਦਾ ਮੋਰਚਾ ਸ਼ੁਰੂ ਹੋਇਆ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੀ ਇਤਲਾਹ ਅਨੁਸਾਰ 100 ਤੋਂ ਵੱਧ ਸਿੰਘ ਸਿੰਘਣੀਆਂ ਸ਼ਹੀਦ ਹੋਏ ਤੇ ਹਜ਼ਾਰਾਂ ਨੇ ਜੇਲ੍ਹਾਂ ਦੇ ਅਕੈਹ ਤੇ ਅਸਹਿ ਕਸ਼ਟ ਸਹਾਰੇ। ਗੁਰਦੁਆਰਾ ਗੰਗਸਰ ਵਿਖੇ ਅਖੰਡ ਪਾਠ ਰੱਖਣ ਲਈ ਸਿੱਖਾਂ ਨੇ ਜੋ ਸ਼ਹੀਦੀਆਂ ਦਿੱਤੀਆਂ, ਉਹਨਾਂ ਕੁਰਬਾਨੀਆਂ ਨੇ ਸਾਰੀ ਕੌਮ ਦੀ ਕਦਰ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਪੈਦਾ ਕਰ ਦਿੱਤੀ। ਇਸ ਦੇ ਲਈ ਹੀ ਦੇਸ਼ ਦੀ ਆਜ਼ਾਦੀ ਲਈ ਲੜਾਈ ਨੂੰ ਵੀ ਬੜੀ ਸਹਾਇਤਾ ਮਿਲੀ। ਜੈਤੋਂ ਦਾ ਮੋਰਚਾ ਲੱਗਣ ਦਾ ਮੂਲ ਕਾਰਨ ਮਹਾਰਾਜਾ ਨਾਭੇ ਦਾ ਗੱਦੀਓਂ ਲਾਇਆ ਜਾਣਾ ਸੀ। ਮਹਾਰਾਜਾ ਨਾਭਾ ਰਿਪੁਦਮਨ ਸਿੰਘ ਨੇ 1912 ਵਿੱਚ ਗੱਦੀ ਤੇ ਬੈਠਦਿਆਂ ਹੀ ਕੁਝ ਅਜਿਹੇ ਚੰਗੇ ਤੇ ਸ਼ਲਾਘਾਯੋਗ ਕੰਮ ਕੀਤੇ, ਜਿਨ੍ਹਾਂ ਸਦਕਾ ਕੌਮ ਵਿੱਚ ਉਹਦਾ ਬੜਾ ਸਤਿਕਾਰ ਵੱਧ ਗਿਆ। ਮਹਾਰਾਜੇ ਨੇ ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਬਣ ਕੇ ਆਨੰਦ ਮੈਰਿਜ ਬਿੱਲ ਪਾਸ ਕਰਵਾਇਆ ਤੇ ਗੁਰਦੁਆਰਾ ਰਕਾਬਗੰਜ ਦੇ ਮੋਰਚੇ ਸਮੇਂ ਕੌਮ ਦਾ ਸਾਥ ਦਿੱਤਾ। ਮਹਾਰਾਜਾ ਰਿਪੁਦਮਨ ਸਿੰਘ ਦੀ ਸਿੱਖ ਕੌਮ ਵਿੱਚ ਵੱਧ ਰਹੀ ਪ੍ਰਸਿੱਧਤਾ ਅੰਗਰੇਜ਼ਾਂ ਨੂੰ ਰੜਕਣ ਲੱਗ ਪਈ। ਪਹਿਲੇ ਸੰਸਾਰ ਯੁੱਧ ਸਮੇਂ ਮਹਾਰਾਜਾ ਰਿਪੁਦਮਨ ਸਿੰਘ ਨੇ ਅੰਗਰੇਜ਼ ਸਰਕਾਰ ਨੂੰ ਫੌਜੀ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ। ਭਾਰਤ ਦੀ ਅੰਗਰੇਜ਼ ਸਰਕਾਰ ਨੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਲਾਉਣ ਲਈ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਉੱਧਰੋਂ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਤੇ ਮਹਾਰਾਜਾ ਨਾਭਾ ਵਿਚਕਾਰ ਝਗੜਾ ਚੱਲ ਪਿਆ। ਅੰਗਰੇਜ਼ਾਂ ਨੇ ਮਹਾਰਾਜਾ ਪਟਿਆਲਾ ਰਾਹੀਂ ਮਹਾਰਾਜਾ ਨਾਭਾ ਵਿਰੁੱਧ ਕਈ ਮੁਕੱਦਮੇ ਬਣਾ ਦਿੱਤੇ। ਅਖੀਰ ਮਹਾਰਾਜਾ ਨਾਭਾ ਨੂੰ ਇਤਨਾ ਮਜਬੂਰ ਕਰ ਦਿੱਤਾ ਕਿ ਉਹ ਰਾਜ ਛੱਡ ਦੇਵੇ। 9 ਜੁਲਾਈ 1923 ਨੂੰ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਤੇ ਰਿਆਸਤ ਦਾ ਪ੍ਰਬੰਧ ਇੱਕ ਅੰਗਰੇਜ਼ ਪ੍ਰਬੰਧਕ ਦੇ ਹੱਥ ਦੇ ਦਿੱਤਾ ਗਿਆ। ਮਹਾਰਾਜਾ ਨਾਭਾ ਨੂੰ ਗੱਦੀਓਂ ਲਾਹ ਕੇ ਕੁਝ ਸਮਾਂ ਡੇਹਰਾਦੂਨ ਰੱਖਿਆ ਗਿਆ ਤੇ ਫਿਰ ਮਦਰਾਸ ਪ੍ਰਾਂਤ ਵਿੱਚ ਕਿਸੇ ਜੇਲ੍ਹ ਭੇਜ ਦਿੱਤਾ। ਮਹਾਰਾਜਾ ਨਾਭਾ ਦੀ ਗ੍ਰਿਫਤਾਰੀ ਵਿਰੁੱਧ ਸਿੱਖਾਂ ਵਿੱਚ ਬੜਾ ਗੁੱਸਾ ਪੈਦਾ ਹੋ ਗਿਆ। ਸਿੱਖ ਜਨਤਾ ਵਿੱਚ ਜੋਸ਼ ਵੱਧ ਗਿਆ ਤੇ ਅਖੀਰ ਸ਼੍ਰੋਮਣੀ ਕਮੇਟੀ ਨੂੰ ਇਹ ਮਾਮਲਾ ਆਪਣੇ ਹੱਥ ਲੈਣਾ ਪਿਆ। 9 ਸਤੰਬਰ 1923 ਨੂੰ ਰੋਸ ਦਿਨ ਮਨਾਉਣ ਦਾ ਸਿੱਖ ਜਗਤ ਨੇ ਫੈਸਲਾ ਕੀਤਾ। ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਅਪੀਲ ਕੀਤੀ ਕਿ ਮਹਾਰਾਜੇ ਨਾਲ ਹਮਦਰਦੀ ਵਜੋਂ ਨੰਗੇ ਪੈਰੀਂ ਜਲੂਸ ਕੱਢੇ ਜਾਣ। ਇਸ ਵਿਸ਼ਾਲ ਪ੍ਰੋਗਰਾਮ ਦੀ ਤਿਆਰੀ ਲਈ ਥਾਂ-ਥਾਂ ਪਹਿਲਾਂ ਦੀਵਾਨ ਰੱਖੇ ਗਏ। ਇਸੇ ਸਬੰਧ ਵਿੱਚ 27 ਅਗਸਤ ਨੂੰ ਜੈਤੋਂ ਵਿੱਚ ਦੀਵਾਨ ਹੋਇਆ। ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਸਰਦਾਰ ਇੰਦਰ ਸਿੰਘ ਮੋੜ ਨੂੰ ਗ੍ਰਿਫਤਾਰ ਕਰ ਲਿਆ। ਇਸ ਤੇ ਰੋਸ ਵਜੋਂ ਗੁਰਦੁਆਰਾ ਗੰਗਸਰ ਵਿੱਚ ਲਗਾਤਾਰ ਦੀਵਾਨ ਜਾਰੀ ਰੱਖਣ ਦਾ ਫੈਸਲਾ ਹੋ ਗਿਆ। ਪੁਲਿਸ ਨੇ ਕੁਝ ਹੋਰ ਬੰਦੇ ਗ੍ਰਿਫਤਾਰ ਕਰ ਲਏ। 13 ਸਤੰਬਰ 1923 ਨੂੰ ਪੁਲਿਸ ਨੇ ਗੁਰਦੁਆਰਾ ਗੰਗਸਰ ਤੇ ਕਬਜ਼ਾ ਕਰ ਲਿਆ। ਉੱਥੇ ਹਾਜ਼ਰ 100 ਤੋਂ ਉੱਪਰ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। ਗੁਰਦੁਆਰੇ ਵਿੱਚ ਉਸ ਸਮੇਂ ਅਖੰਡ ਪਾਠ ਹੋ ਰਿਹਾ ਸੀ। ਪੁਲਿਸ ਪਾਠੀ ਸਿੰਘ ਨੂੰ ਵੀ ਘਸੀਟ ਕੇ ਬਾਹਰ ਲੈ ਗਈ ਤੇ ਅਖੰਡ ਪਾਠ ਖੰਡਿਤ ਹੋ ਗਿਆ। ਇਸ ਘਟਨਾ ਦੇ ਹੁੰਦੇ ਸਾਰ ਹੀ ਸਿੱਖਾਂ ਨੇ ਜੈਤੋਂ ਵਿੱਚ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਇਉਂ ਅੰਗਰੇਜ਼ਾਂ ਤੇ ਸਿੱਖ ਕੌਮ ਵਿੱਚ ਸਿੱਧੀ ਟੱਕਰ ਦਾ ਮੌਕਾ ਬਣ ਗਿਆ। ਅੰਗਰੇਜ਼ ਸਰਕਾਰ ਸਿੱਖ ਕੌਮ ਨੂੰ ਦਬਾ ਕੇ ਕੁਚਲ ਦੇਣਾ ਚਾਹੁੰਦੀ ਸੀ ਤੇ ਸਿੱਖ ਆਪਣੀਆਂ ਕੁਰਬਾਨੀਆਂ ਨਾਲ ਅੰਗਰੇਜ਼ ਸਰਕਾਰ ਨੂੰ ਝੁਕਾਉਣ ਤੇ ਤੁਲੇ ਹੋਏ ਸਨ। ਗੱਲ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੇ ਗੱਦੀ ਤੋਂ ਲਾਹੇ ਜਾਣ ਕਾਰਨ ਸ਼ੁਰੂ ਹੋਈ ਸੀ, ਪਰ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਖੰਡਿਤ ਹੋਣ ਨਾਲ ਇਸ ਅੰਦੋਲਨ ਨੇ ਨਵਾਂ ਰੂਪ ਧਾਰ ਲਿਆ ਤੇ ਸ਼੍ਰੋਮਣੀ ਕਮੇਟੀ ਨੇ ਸੱਤਿਆਗ੍ਰਹੀ ਜਥੇ ਭੇਜਣੇ ਸ਼ੁਰੂ ਕਰ ਦਿੱਤੇ। 15 ਸਤੰਬਰ ਨੂੰ ਪਹਿਲਾਂ 25 ਸਿੰਘਾਂ ਦਾ ਜਥਾ ਜੈਤੋਂ ਭੇਜਿਆ ਗਿਆ
ਤੇ ਉਸ ਪਿੱਛੋਂ ਲਗਾਤਾਰ 6 ਮਹੀਨੇ 25 ਸਿੰਘਾਂ ਦੇ ਜਥੇ ਜਾਂਦੇ ਰਹੇ। ਅੰਗਰੇਜ਼ਾਂ ਦੀ ਹਦਾਇਤ ਤੇ ਪੁਲਿਸ ਇਹਨਾਂ ਜਥਿਆਂ ਨੂੰ ਮਾਰਦੀ ਕੁੱਟਦੀ ਤੇ ਗ੍ਰਿਫਤਾਰ ਕਰਕੇ ਤਸੀਹੇ ਦਿੰਦੀ ਰਹੀ। ਫਿਰ ਦੂਰ ਲਿਜਾ ਕੇ ਜੰਗਲਾਂ ਵਿੱਚ ਛੱਡ ਦਿੱਤਾ ਜਾਂਦਾ। ਇਸ ਮੋਰਚੇ ਸਮੇਂ ਸਿੱਖਾਂ ਨੇ ਜਿਸ ਕੁਰਬਾਨੀ ਤੇ ਸ਼ਾਂਤਮਈ ਅੰਦੋਲਨ ਦੀ ਮਿਸਾਲ ਕਾਇਮ ਕੀਤੀ, ਉਸ ਨੂੰ ਇਤਿਹਾਸ ਵਿੱਚ ਖਾਸ ਮਹਾਨਤਾ ਪ੍ਰਾਪਤ ਹੈ। ਮੋਰਚਾ ਲੰਮਾ ਹੁੰਦਾ ਵੇਖ ਕੇ 500 ਦੇ ਜਥੇ ਭੇਜਣ ਦਾ ਪ੍ਰੋਗਰਾਮ ਬਣ ਗਿਆ ਤੇ 9 ਫਰਵਰੀ 1924 ਨੂੰ 500 ਦਾ ਪਹਿਲਾ ਸ਼ਹੀਦੀ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲਿਆ। ਇਸ ਜਥੇ ਦੇ ਜਥੇਦਾਰ ਸਰਦਾਰ ਊਧਮ ਸਿੰਘ ਨਾਗੋਕੇ ਨਿਯਤ ਕੀਤੇ ਗਏ, ਪਰ ਉਹਨਾਂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ। ਇਸ ਲਈ ਭਾਈ ਸੁਲਤਾਨ ਸਿੰਘ ਨੇ ਜਥੇ ਦੀ ਅਗਵਾਈ ਕੀਤੀ। ਇਹ ਸ਼ਹੀਦੀ ਜਥਾ ਮਾਝੇ ਤੇ ਮਾਲਵੇ ਦਾ ਚੱਕਰ ਲਾਉਂਦਾ ਤੇ ਪ੍ਰਚਾਰ ਕਰਦਾ ਹੋਇਆ 20 ਫਰਵਰੀ ਨੂੰ ਰਿਆਸਤ ਫਰੀਦਕੋਟ ਦੇ ਪਿੰਡ ਬਰਗਾੜੀ ਪਹੁੰਚ ਗਿਆ। ਇੱਥੋਂ ਅਗਲੇ ਦਿਨ 21 ਫਰਵਰੀ 1924 ਨੂੰ ਜਥੇ ਨੇ ਗੰਗਸਰ ਜੈਤੋ ਵੱਲ ਮਾਰਚ ਸ਼ੁਰੂ ਕੀਤਾ। ਹਜ਼ਾਰਾਂ ਲੋਕ ਜਥੇ ਦੇ ਨਾਲ ਉਹ ਦ੍ਰਿਸ਼ ਵੇਖਣ ਲਈ ਟੁਰ ਪਏ। ਜਥੇ ਵੱਲੋਂ ਸੰਗਤਾਂ ਨੂੰ ਵਾਪਸ ਚਲੇ ਜਾਣ ਦੀ ਕਈ ਵਾਰ ਅਪੀਲ ਕੀਤੀ ਗਈ, ਪਰ ਲੋਕੀ ਨਾ ਮੁੜੇ। ਦੂਜੇ ਪਾਸੇ ਰਿਆਸਤ ਨਾਭਾ ਦੇ ਹਾਕਮਾਂ ਨੇ ਸਿੱਖਾਂ ਦੇ ਖੂਨ ਵਿੱਚ ਹੱਥ ਰੰਗਣ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਜੈਤੋਂ ਵਿੱਚ ਪੁਲਿਸ ਤੇ ਫੌਜ ਦਾ ਭਾਰੀ ਇਕੱਠ ਸੀ ਅਤੇ ਤੋਪਾਂ ਤੇ ਮਸ਼ੀਨ ਗੰਨਾਂ ਜਥਾ ਰੋਕਣ ਲਈ ਬੀੜੀਆਂ ਹੋਈਆਂ ਸਨ। ਜਦ 500 ਦਾ ਇਹ ਸ਼ਹੀਦੀ ਜਥਾ ਗੁਰਦੁਆਰਾ ਗੰਗਸਰ ਤੋਂ 1 ਫਰਲਾਂਗ ਦੀ ਵਿੱਥ ਤੱਕ ਪਹੁੰਚ ਗਿਆ ਤਾਂ ਜ਼ਾਲਮ ਅੰਗਰੇਜ਼ ਸਰਕਾਰ ਦੀਆਂ ਮਸ਼ੀਨ ਗੰਨਾਂ ਨੇ ਸਿੰਘਾਂ ਉੱਤੇ ਗੋਲੀਆਂ ਦਾ ਮੀਂਹ ਵਰਸਾਉਣਾ ਸ਼ੁਰੂ ਕਰ ਦਿੱਤਾ। ਸਤਨਾਮ ਵਾਹਿਗੁਰੂ ਦਾ ਉਚਾਰਨ ਕਰਦੇ ਸਿੰਘ ਅੱਗੇ ਵੱਧਦੇ ਗਏ। ਗੋਲੀਆਂ ਦੀ ਵਾਛੜ ਤੋਂ ਡਰ ਕੇ ਘਬਰਾ ਕੇ ਜਥੇ ਵਿੱਚੋਂ ਇੱਕ ਵੀ ਸਿੰਘ ਪਿੱਛੇ ਨਾ ਹਟਿਆ। ਕਈ ਸੀਨੇ ਛਾਨਣੀ ਹੋ ਗਏ ਤੇ ਧਰਤੀ ਖੂਨ ਨਾਲ ਰੰਗੀ ਗਈ। ਫਿਰ ਪੁਲਿਸ ਨੇ ਜਥੇ ਨੂੰ ਗ੍ਰਿਫਤਾਰ ਕਰ ਲਿਆ। ਜਥੇ ਦੇ ਨਾਲ ਡਾਕਟਰ ਵੀ ਸੀ, ਪਰ ਪੁਲਿਸ ਨੇ ਕਿਸੇ ਜ਼ਖਮੀ ਦੀ ਮਰਹਮ ਪੱਟੀ ਨਾ ਕਰਨ ਦਿੱਤੀ ਤੇ ਨਾ ਹੀ ਸ਼ਹੀਦ ਹੋਏ ਸਿੰਘਾਂ ਦੀਆਂ ਲਾਸ਼ਾਂ ਸੰਗਤਾਂ ਨੂੰ ਚੁੱਕਣ ਦਿੱਤੀਆਂ। 21 ਫਰਵਰੀ ਦੀ ਰਾਤ ਨੂੰ ਹੀ ਇੱਕ ਸਪੈਸ਼ਲ ਰੇਲ ਗੱਡੀ ਸਟੇਸ਼ਨ ਦੇ ਬਾਹਰ ਖੜੀ ਕਰਕੇ ਬਹੁਤ ਸਾਰੇ ਸਿੰਘਾਂ ਦੇ ਸਰੀਰ ਉਸ ਵਿੱਚ ਲਿਜਾ ਕੇ ਦਰਿਆ ਸਤਲੁਜ ਵਿੱਚ ਰੋੜ ਦਿੱਤੇ। ਦੂਜੇ ਦਿਨ 22 ਸ਼ਹੀਦ ਸਿੰਘਾਂ ਦੇ ਮ੍ਰਿਤਕ ਸਰੀਰ ਸੰਸਕਾਰ ਕਰਨ ਲਈ ਕੌਮ ਦੇ ਹਵਾਲੇ ਕੀਤੇ। ਸਰਕਾਰ ਨੇ ਐਲਾਨ ਵੀ ਇਹੋ ਕੀਤਾ ਕਿ 22 ਸਿੰਘ ਮਰੇ ਹਨ ਅਤੇ 33 ਜ਼ਖਮੀ ਹੋਏ ਹਨ ਤੇ ਲਗਭਗ 450 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਜੋ ਪੜਤਾਲ ਕੀਤੀ, ਉਸ ਅਨੁਸਾਰ ਸ਼ਹੀਦਾਂ ਦੀ ਗਿਣਤੀ 100 ਤੇ ਜ਼ਖਮੀਆਂ ਦੀ 200 ਹੈ। ਜਿਨ੍ਹਾਂ 22 ਸਿੰਘਾਂ ਦਾ ਮੰਡੀ ਦੇ ਨੇੜੇ ਸੰਸਕਾਰ ਕੀਤਾ ਗਿਆ, ਉਹਨਾਂ ਵਿੱਚੋਂ ਕੇਵਲ 17 ਦੇ ਨਾਂ ਤੇ ਟਿਕਾਣੇ ਦਾ ਪਤਾ ਲੱਗ ਸਕਿਆ ਹੈ। ਬਾਕੀ 5 ਸਿੰਘਾਂ ਦੀ ਪਛਾਣ ਹੀ ਨਹੀਂ ਹੋ ਸਕੀ। 17 ਸ਼ਹੀਦਾਂ ਦੇ ਨਾਂ ਇਸ ਪ੍ਰਕਾਰ ਹਨ: ਜਸ ਸਿੰਘ ਪਿੰਡ ਚੀਚਾ ਭਕਨਾ ਅੰਮ੍ਰਿਤਸਰ, ਸੁੰਦਰ ਸਿੰਘ ਪਿੰਡ ਕਰਮਗੜ੍ਹ ਪਟਿਆਲਾ, ਸੁਰੈਣ ਸਿੰਘ ਪਿੰਡ ਲੁਭਵਾਲੀ ਫਰੀਦਕੋਟ, ਫੁੰਮਣ ਸਿੰਘ ਪਿੰਡ ਵਾਂਦਰ ਫਿਰੋਜ਼ਪੁਰ, ਸੁੰਦਰ ਸਿੰਘ ਪਿੰਡ ਚੀਦਾ ਫਿਰੋਜ਼ਪੁਰ, ਦੀਵਾਨ ਸਿੰਘ ਪਿੰਡ ਸੰਗਰਵਾਲ ਹੁਸ਼ਿਆਰਪੁਰ, ਹਰੀ ਸਿੰਘ ਪਿੰਡ ਨਮੋਲੀ ਹੁਸ਼ਿਆਰਪੁਰ, ਹਰਦਿੱਤ ਸਿੰਘ ਪਿੰਡ ਕਾਲੇ ਕੇ ਫਿਰੋਜ਼ਪੁਰ, ਵਰਿਆਮ ਸਿੰਘ ਪਿੰਡ ਬਾਗਾ ਪੁਰਾਣਾ ਫਿਰੋਜ਼ਪੁਰ, ਫੁੰਮਣ ਸਿੰਘ ਪਿੰਡ ਸਮਾਲਸਰ ਫਿਰੋਜ਼ਪੁਰ, ਮਾਘ ਸਿੰਘ ਪਿੰਡ ਰੋਡੇ ਫਿਰੋਜ਼ਪੁਰ, ਕਪੂਰ ਸਿੰਘ ਪਿੰਡ ਰੋਡੇ ਫਿਰੋਜ਼ਪੁਰ, ਕੁੱਲਾ ਸਿੰਘ ਪਿੰਡ ਭਲੂਰ ਫਿਰੋਜ਼ਪੁਰ, ਨੱਥਾ ਸਿੰਘ ਪਿੰਡ ਮੋਗਾ ਫਿਰੋਜ਼ਪੁਰ, ਅਚਰ ਸਿੰਘ ਪਿੰਡ ਮਟਕੜ ਕਲਾਂ ਜਲੰਧਰ, ਬਿਸ਼ਨ ਸਿੰਘ ਪਿੰਡ ਮਾਂਗਟ ਜਲੰਧਰ, ਵਧਾਵਾ ਸਿੰਘ ਚੜਿੱਕ ਰਿਆਸਤ ਕਲਸੀਆਂ। ਗੰਗਸਰ ਮੋਰਚੇ ਨਾਲ ਸੰਬੰਧਿਤ ਸਿੰਘ ਜੋ ਜਥਿਆਂ ਨਾਲ ਆਉਂਦਿਆਂ ਕਿਸੇ ਬਿਮਾਰੀ ਜਾਂ ਹਾਦਸੇ ਕਾਰਨ ਅਤੇ ਜੇਲ੍ਹਾਂ ਵਿੱਚ ਜ਼ਾਲਮ ਹਕੂਮਤ ਦੀਆਂ ਸਖਤੀਆਂ ਨਾਲ ਸ਼ਹੀਦ ਹੋਏ, ਉਹਨਾਂ ਦੀ ਗਿਣਤੀ 150 ਦੇ ਲਗਭਗ ਹੈ। ਇਸ ਮੋਰਚੇ ਵਿੱਚ ਗ੍ਰਿਫਤਾਰ ਅਨੇਕਾਂ ਸਿੰਘਾਂ ਨੂੰ ਕਈ ਦਿਨ ਨਾਭੇ ਦੀ ਕਾਰਾਵਾਸ ਵਿੱਚ ਰੱਖਿਆ ਗਿਆ, ਜਿੱਥੇ ਜਮੂਰਾਂ ਨਾਲ ਸਿੰਘਾਂ ਦੇ ਮਾਸ ਨੋਚੇ ਗਏ। 2 ਸਾਲ ਜੈਤੋਂ ਦਾ ਮੋਰਚਾ ਚੱਲਦਾ ਰਿਹਾ
ਤੇ ਸਿੰਘਾਂ ਦੇ 5-500 ਦੇ ਜਥੇ ਜਾਂਦੇ ਰਹੇ। ਪੰਡਿਤ ਨਹਿਰੂ ਵੀ ਇਹ ਮੋਰਚਾ ਦੇਖਣ ਲਈ ਤੇ ਸਿੱਖਾਂ ਨੂੰ ਸ਼ਾਂਤਮਈ ਕੁਰਬਾਨੀਆਂ ਕਰਦਿਆਂ ਅੱਖੀਂ ਦੇਖਣ ਲਈ ਆਪ ਉੱਥੇ ਪਹੁੰਚੇ। ਨਾਭੇ ਦੇ ਅੰਗਰੇਜ਼ ਹੁਕਮਰਾਨਾਂ ਨੇ ਉਹਨਾਂ ਨੂੰ ਵੀ ਫੜ ਕੇ ਕੈਦ ਕਰ ਲਿਆ। ਪਹਿਲੇ ਸ਼ਹੀਦੀ ਜਥੇ ਤੇ ਹੋਏ ਅਤਿਆਚਾਰਾਂ ਤੋਂ ਪਿੱਛੋਂ ਇਸ ਜ਼ੁਲਮ ਨੂੰ ਡੱਕਣ ਲਈ ਸਾਰੀ ਸਿੱਖ ਕੌਮ ਉੱਠ ਖਲੋਤੀ। 28 ਫਰਵਰੀ ਨੂੰ ਦੂਜਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਚੱਲ ਪਿਆ ਤੇ 14 ਮਾਰਚ ਨੂੰ ਜੈਤੋ ਪਹੁੰਚ ਗਿਆ। ਪੁਲਿਸ ਨੂੰ ਇਸ ਜਥੇ ਤੇ ਗੋਲੀ ਚਲਾਉਣ ਦਾ ਹੌਸਲਾ ਨਾ ਪਿਆ। ਅੰਗਰੇਜ਼ ਸਰਕਾਰ ਇਹ ਵੇਖ ਕੇ ਘਬਰਾ ਗਈ ਸੀ ਕਿ ਪਹਿਲੇ ਜਥੇ ਦੇ 500 ਸਿੰਘਾਂ ਵਿੱਚੋਂ ਗੋਲੀ ਚੱਲਣ ਤੇ ਇੱਕ ਵੀ ਸਿੰਘ ਨਹੀਂ ਭੱਜਿਆ। ਇੱਥੋਂ ਤੱਕ ਕਿ ਇੱਕ ਬੀਬੀ ਦੇ ਕੁੱਛੜ ਚੁੱਕਿਆ ਇੱਕ ਮਾਸੂਮ ਬੱਚਾ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਤੇ ਉਸ ਬੀਬੀ ਨੇ ਰੋਣ ਕੁਰਲਾਉਣ ਦੀ ਥਾਂ ਬੱਚੇ ਦਾ ਮ੍ਰਿਤਕ ਸਰੀਰ ਧਰਤੀ ਤੇ ਲਟਾ ਦਿੱਤਾ ਤੇ ਆਪ ਜਥੇ ਨਾਲ ਅੱਗੇ ਤੁਰ ਪਈ। ਕੁਝ ਕਦਮ ਅੱਗੇ ਜਾ ਕੇ ਉਹਨੂੰ ਵੀ ਗੋਲੀ ਲੱਗੀ ਤੇ ਉਹ ਵੀ ਸ਼ਹੀਦ ਹੋ ਗਈ। ਇਸ ਤਰ੍ਹਾਂ ਦੇ ਸਿਦਕ ਕੁਰਬਾਨੀ ਦੇ ਜਜ਼ਬੇ ਅੱਗੇ ਕਿਹੜੀ ਤਾਕਤ ਖਲੋ ਸਕਦੀ ਸੀ। ਇਸੇ ਲਈ ਦੂਜਾ ਜਥਾ ਪੁਲਿਸ ਨੇ ਘੇਰ ਕੇ ਗ੍ਰਿਫਤਾਰ ਕਰ ਲਿਆ। ਫਿਰ ਲਗਾਤਾਰ 500 ਦੇ ਜਥੇ ਆਉਂਦੇ ਰਹੇ। ਬੰਗਾਲ ਦੇ ਸਿੰਘਾਂ ਦਾ ਇੱਕ ਜਥਾ ਉਚੇਚਾ ਕਲਕੱਤੇ ਤੋਂ ਆਇਆ। 11 ਸਿੰਘਾਂ ਦਾ ਜਥਾ ਕੈਨੇਡਾ ਤੋਂ ਪਹੁੰਚਿਆ। ਇਸੇ ਤਰ੍ਹਾਂ ਚੀਨ ਦੇ ਸ਼ਹਿਰ ਸ਼ੰਘਾਈ ਅਤੇ ਹਾਂਗਕਾਂਗ ਤੋਂ ਜਥੇ ਵੀ ਜੈਤੋ ਪਹੁੰਚੇ। 16 ਜਥੇ 500 ਦੇ ਆਏ ਤੇ ਅਖੀਰ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ। ਗੁਰਦੁਆਰੇ ਤੋਂ ਪੁਲਿਸ ਦਾ ਪਹਿਰਾ ਹਟਾ ਲਿਆ ਗਿਆ ਤੇ ਸਿੰਘਾਂ ਨੂੰ ਉੱਥੇ ਅਖੰਡ ਪਾਠ ਮੁੜ ਸ਼ੁਰੂ ਕਰਨ ਦੀ ਖੁੱਲ੍ਹ ਹੋ ਗਈ। 26 ਜੁਲਾਈ 1925 ਨੂੰ ਜੈਤੋ ਦਾ ਮੋਰਚਾ ਫਤਿਹ ਹੋਇਆ। ਭਾਵੇਂ ਇਸ ਮੋਰਚੇ ਦੇ ਬਾਵਜੂਦ ਅਸਲ ਮਸਲਾ ਮਹਾਰਾਜਾ ਰਿਪੁਦਮਨ ਸਿੰਘ ਦੀ ਬਹਾਲੀ ਦਾ ਹੱਲ ਨਾ ਹੋਇਆ, ਪਰ ਇਸ ਮੋਰਚੇ ਨੇ ਅੰਗਰੇਜ਼ਾਂ ਦੇ ਵਕਾਰ ਤੇ ਬੜੀ ਸੱਟ ਮਾਰੀ। ਸਾਰੇ ਦੇਸ਼ ਵਿੱਚ ਇਹ ਗੱਲ ਧੁੰਮ ਗਈ ਕਿ ਸਿੱਖ ਸ਼ਾਂਤਮਈ ਕੁਰਬਾਨੀਆਂ ਨਾਲ ਜਾਬਰ ਅੰਗਰੇਜ਼ ਸਰਕਾਰ ਨੂੰ ਹਰਾ ਸਕਦੇ ਹਨ। ਆਪਣੀ ਅਣਖ, ਧਾਰਮਿਕ ਰਵਾਇਤਾਂ ਤੇ ਗੁਰਦੁਆਰਿਆਂ ਦੀ ਪਵਿੱਤਰਤਾ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰ ਸਕਦੇ ਹਨ। ਇੱਕ ਵਾਰੀ ਤਾਂ ਸਾਰੇ ਦੇਸ਼ ਨੇ ਮੂੰਹ ਵਿੱਚ ਉਂਗਲਾਂ ਪਾ ਲਈਆਂ ਜਦ ਇਹ ਸੁਣਿਆ ਕਿ ਜੈਤੋ ਵਿੱਚ ਅੰਗਰੇਜ਼ ਸਰਕਾਰ ਦੀਆਂ ਮਸ਼ੀਨ ਗੰਨਾਂ ਵੀ ਸਿੰਘਾਂ ਦੀ ਦ੍ਰਿੜਤਾ, ਸਿਦਕ ਤੇ ਨਿਸ਼ਚੇ ਨੂੰ ਡਲਾ ਨਹੀਂ ਸਕੀਆਂ। ਜੈਤੋ ਦੇ ਸ਼ਹੀਦਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ 20ਵੀਂ ਸਦੀ ਦਾ ਸਿੰਘ ਆਪਣੀਆਂ ਪੁਰਾਣੀਆਂ ਰਵਾਇਤਾਂ ਅਨੁਸਾਰ ਵੱਡੇ ਤੋਂ ਵੱਡਾ ਬਲੀਦਾਨ ਦੇ ਸਕਦਾ ਹੈ। ਇੱਕ ਵਾਰ ਤਾਂ ਸਭ ਦੁਨੀਆ ਮੰਨ ਗਈ ਕਿ 18ਵੀਂ 19ਵੀਂ ਸਦੀ ਦੇ ਸਿੰਘਾਂ ਨੇ ਜਿਵੇਂ ਧਰਮ ਲਈ ਆਪਾ ਵਾਰਿਆ ਸੀ, ਉਸੇ ਤਰ੍ਹਾਂ ਅੱਜ ਦਾ ਸਿੰਘ ਵੀ ਸਮਾਂ ਆਉਣ ਤੇ ਮੌਤ ਲਾੜੀ ਨੂੰ ਹੱਸ ਕੇ ਵਿਆਹ ਸਕਦਾ ਹੈ।